ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ। ਸੁਣ ਰਹੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਮੂਤੂਓ ਪ੍ਰੀਮਾ ਕਾਸਾ ਜੋਵਨੀ ਅਜੇਵੋਲੂਜ਼ੀਓਨੀ ਪ੍ਰੀਮਾ ਕਾਸਾ, ਜਿਹੜਾ 36 ਸਾਲ ਤੋਂ ਉਮਰ ਜਿਨ੍ਹਾਂ ਦੀ ਘੱਟ ਆ ਉਹਨਾਂ ਦੇ ਲਈ ਸਰਕਾਰ ਨੇ ਸਕੀਮ ਚਲਾਈ ਹੈ। ਕੀ ਉਹ ਸਕੀਮ, ਉਸ ਸਕੀਮ ਦੇ ਬਾਰੇ ਅਸੀਂ ਗੱਲ ਕਰਾਂਗੇ। ਜੇ ਅਸੀਂ ਦੇਖੀਏ ਕਿ ਇਟਲੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਘਰ ਦੀ, ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਉਹ ਆਪਣਾ ਇੱਕ ਘਰ ਖਰੀਦੇ। ਕਿਰਾਏ, ਚਾਹੇ ਉਹ ਕਿਰਾਏ 'ਤੇ ਰਹਿ ਰਿਹਾ, ਚਾਹੇ ਉਹਨੂੰ ਇਟਲੀ 'ਚ ਆਏ ਨੂੰ ਕਾਫੀ ਸਾਲ ਹੋ ਗਏ ਨੇ, ਚਾਹੇ ਉਹ ਬੰਦਾ ਇਟਲੀ ਦੇ ਵਿੱਚ ਨਵਾਂ ਆਇਆ, ਜਾਂ ਕਿਸੇ ਨੇ ਆਪਣਾ ਨਵਾਂ ਵਿਆਹ ਕਰਾਇਆ, ਮੀਆਂ ਬੀਬੀ ਰਲ ਕੇ ਸੋਚ ਸਕਦੇ ਆ ਕਿ ਅਸੀਂ ਇੱਕ ਆਪਣਾ ਘਰ ਖਰੀਦੀਏ। ਪਰ ਇਹ ਜੋ ਘਰ ਖਰੀਦਣ ਦੀ ਗੱਲ ਹੈ 2020 ਤੱਕ ਜੇ ਅਸੀਂ ਦੇਖੀਏ ਤਾਂ ਇੱਕ ਸੁਪਨਾ ਹੀ ਲੱਗ ਰਿਹਾ ਸੀ। ਅਸੀਂ ਕਿਉਂ ਕਹਿ ਰਹੇ ਹਾਂ ਕਿ 2020 ਤੱਕ ਇਹ ਸੁਪਨਾ ਲੱਗ ਰਿਹਾ ਸੀ? ਉਹ ਇਸ ਕਾਰਨ ਕੰਮ ਫੀਸ ਹੋਣਾ ਚਾਹੀਦਾ, ਕਿਸੇ ਦੀ ਕੁੱਦ ਘੱਟ ਆ, ਕਿਸੇ ਦੀ ਗਰੰਟੀ ਦੇਣ ਵਾਲਾ ਕੋਈ ਨਹੀਂ। ਗਰੰਟੀ ਜਿਹੜਾ ਦੇਣ ਵਾਲਾ ਲੱਭਦਾ ਉਹਦਾ ਪਹਿਲਾਂ ਹੀ ਆਪਣਾ ਜਿਹੜਾ ਲੋਨ ਆ ਅਪਰੂਵ ਹੋਇਆ ਹੁੰਦਾ, ਆਪਣੀਆਂ ਕਿਸ਼ਤਾਂ ਦੇ ਰਿਹਾ ਹੁੰਦਾ। ਕੰਮ ਖਰਾਬ ਹੋਣ ਦੇ ਕਾਰਨ ਕਾਫੀ ਆਪਣੇ ਬੰਦਿਆਂ ਦੇ, ਇੰਡੀਅਨ ਹੋਣ ਜਾਂ ਇਟਾਲੀਅਨ ਹੋਣ, ਕਾਫੀ ਬੰਦਿਆਂ ਦੇ ਕੰਮ ਛੁੱਟਣ ਦੇ ਕਾਰਨ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਨੇ। ਅਤੇ ਇਸ ਕਰਕੇ ਜਿਹੜੇ ਸਟਰਨੀਰੀ ਆ ਥੋੜ੍ਹਾ ਜਿਹਾ ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਵਿੱਚ ਦੇਖਿਆ ਜਾਂਦਾ। ਪਰ ਹੁਣ ਇਸ ਟਾਈਮ 2021 ਦੇ ਵਿੱਚ ਮੌਜੂਦਾ ਸਰਕਾਰ ਨੇ ਇੱਕ ਉਪਰਾਲਾ ਕੀਤਾ ਜੀ, ਇੱਕ ਨਵੀਂ ਸਕੀਮ ਚਲਾਈ ਹੈ ਜੀ, ਜਿਸ ਸਕੀਮ ਦੇ ਹਿਸਾਬ ਦੇ ਨਾਲ ਜਿਨ੍ਹਾਂ ਦੀ ਉਮਰ 36 ਸਾਲ ਤੋਂ ਘੱਟ ਹੈ, ਕਹਿਣ ਦਾ ਭਾਵ ਜਿੰਨੇ ਵੀ ਬੰਦੇ ਮੀਆਂ ਬੀਬੀ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 36 ਸਾਲ ਤੱਕ ਆਉਂਦੀ ਆ ਅਤੇ ਉਹ ਆਪਣਾ ਘਰ ਖਰੀਦਣਾ ਚਾਹੁੰਦੇ ਆ, ਤਾਂ ਉਹਨਾਂ ਨੂੰ ਉਹ ਆਪਣਾ ਜਿਹੜਾ ਘਰ ਖਰੀਦ ਸਕਦੇ ਆ। ਪਰ ਇਹਦੇ ਲਈ ਕੁਛ ਰਿਕੁਆਇਰਮੈਂਟਾਂ ਨੇ। ਸਰਕਾਰ ਗਰੰਟੀ ਦਿੰਦੀ ਹੈ ਜੀ 80% ਤੱਕ। ਜੇਕਰ ਤੁਹਾਡੀ ਉਮਰ 18 ਸਾਲ ਤੋਂ ਲੈ ਕੇ 36 ਸਾਲ ਤੱਕ ਆ ਤਾਂ ਤੁਸੀਂ ਆਪਣਾ ਸੁਪਨਿਆਂ ਦਾ ਘਰ ਖਰੀਦ ਸਕਦੇ ਹੋ। 2021 ਦੇ ਵਿੱਚ ਮੌਜੂਦਾ ਸਰਕਾਰ ਨੇ ਇਹ ਕੰਮ ਕੀਤਾ ਜੀ। ਇੱਕ ਲਿਮਟ ਹੈ ਜੀ ਇਹਦੇ ਵਿੱਚ ਜਿਹੜੀ ਤੁਹਾਡੀ ਈਜ਼ੇ ਆ 40,000 ਯੂਰੋ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਰ ਜੇਕਰ ਕਿਸੇ ਦੀ ਈਜ਼ੇ 40,000 ਤੋਂ ਵੱਧ ਵੀ ਹੋਵੇ ਤਾਂ ਫਿਰ ਵੀ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਨੇ ਇਸ ਲਈ ਵੀ ਸਕੀਮ ਲਾਈ ਹੈ ਕਿ ਜੇ ਤੁਹਾਡੀ ਈਜ਼ੇ 40,000 ਤੋਂ ਵੱਧ ਹੈ, ਉਮਰ ਤੁਹਾਡੀ 18 ਤੇ 36 ਸਾਲ ਦੇ ਵਿੱਚ ਹੈ, ਤਾਂ ਫਿਰ ਵੀ ਤੁਹਾਨੂੰ ਸਰਕਾਰ ਗਰੰਟੀ ਦੇਗੀ ਜੋ ਕਿ 50% ਤੱਕ ਆ। 40,000 ਤੋਂ ਉੱਤੇ ਜਿਨ੍ਹਾਂ ਦੀ ਈਜ਼ੇ ਬਣਦੀ ਹੈ ਜੀ ਉਹਨਾਂ ਨੂੰ 50% ਤੱਕ ਸਰਕਾਰ ਦੀ ਗਰੰਟੀ ਮਿਲਦੀ ਹੈ। ਅਸਲ ਦੇ ਵਿੱਚ ਇਸ ਗਰੰਟੀ ਦਾ ਮਤਲਬ ਕੀ ਆ? ਇਹ ਜੋ ਗਰੰਟੀ ਹੈ ਇਹਦਾ ਮਤਲਬ ਇਹ ਹੈ ਜੀ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਕੰਮ ਫੀਸ ਹੋਵੇ। ਤੁਹਾਡਾ 2 ਮਹੀਨੇ ਦਾ, ਤੁਹਾਡਾ 4 ਮਹੀਨੇ ਦਾ, ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੰਟਰੈਕਟ ਹੋ ਸਕਦਾ, ਗਰੰਟੀ ਸਰਕਾਰ ਦੇ ਰਿਹਾ। ਪਰ ਅਸੀਂ ਦੇਖਦੇ ਹਾਂ ਕਿਸ ਤਰੀਕੇ ਦੇ ਅਸੀਂ ਘਰ ਖਰੀਦ ਸਕਦੇ ਹਾਂ। ਸਾਡੇ ਸੁਪਨਿਆਂ ਵਾਲਾ ਘਰ ਜਿਹੜਾ ਕਿੱਦਾਂ ਦਾ ਹੋ ਸਕਦਾ, ਵੱਧ ਤੋਂ ਵੱਧ ਸਰਕਾਰ ਸਾਨੂੰ ਕਿੰਨੀ ਮਦਦ ਕਰ ਰਹੀ ਹੈ। ਸਰਕਾਰ ਆ ਜਿਹੜੀ ਦੱਸ ਰਹੀ ਹੈ ਜੀ ਕਿ ਸਾਨੂੰ ਵੱਧ ਤੋਂ ਵੱਧ ਉਹ 2.5 ਲੱਖ ਯੂਰੋ ਤੱਕ ਮਦਦ ਕਰ ਸਕਦੀ ਆ। ਉਸ ਤੋਂ ਬਾਅਦ ਮਦਦ ਕਰਨ ਦੇ ਲਈ ਸਾਨੂੰ ਜਿਹੜੀ ਆ ਇੱਕ ਫਾਰਮ ਭਰਨਾ ਪੈਣਾ, ਅਤੇ ਇਹਦੇ ਵਿੱਚ 2 ਤਰੀਕੇ ਦਾ ਸਮਾਨ ਖਰੀਦਿਆ ਜਾ ਸਕਦਾ। ਘਰ ਵਾ ਜਿਹੜੇ 2 ਤਰੀਕੇ ਦੇ ਖਰੀਦੇ ਜਾ ਸਕਦੇ ਨੇ, 2 ਕੈਟੇਗਰੀਆਂ ਆਉਂਦੀਆਂ ਨੇ। ਇੱਕ ਨੂੰ ਕਿਹਾ ਜਾਂਦਾ ਜੀ ਐਕੁਇਸਤੋ ਸੈਂਪਲੀਚੇ। ਹੁਣ ਜਿਹੜੀ ਇਹ ਐਕੁਇਸਤੋ ਸੈਂਪਲੀਚੇ ਹੁੰਦੀ ਆ, ਇਹ ਹੁੰਦੀ ਆ ਨੋਰਮਲੀ ਜਿਹੜਾ ਆਪਣਾ ਘਰ ਖਰੀਦਣਾ, ਜਿੱਦਾਂ ਅਸੀਂ ਨੋਰਮਲ ਤੌਰ 'ਤੇ ਆਪਣਾ ਘਰ ਖਰੀਦਦੇ ਹਾਂ। ਅਤੇ ਉਸ ਤੋਂ ਬਾਅਦ ਹੈ ਜੀ ਐਕੁਇਸਤੋ ਕੋਨ ਇੰਟਰਵੈਂਤੀ ਦੀ ਰਿਸਟਰੂਤੂਰਾਜ਼ੀਓਨੇ, ਕਿ ਤੁਸੀਂ ਘਰ ਖਰੀਦਣ ਜਾ ਰਹੇ ਹੋ, ਕੋਈ ਪੁਰਾਣਾ ਘਰ ਹੋ ਉਹਨੂੰ ਤੁਸੀਂ ਠੀਕ ਕਰਵਾਉਣਾ। ਫਿਰ ਉਹਦੇ ਵਿੱਚ ਤੁਸੀਂ ਜਿਹੜਾ ਬਿਜਲੀ, ਪਾਣੀ, ਗੈਸ ਜੋ ਵੀ ਹੈਗਾ ਸਭ ਕੁਛ ਸਹੀ ਤਰੀਕੇ ਦੇ ਨਾਲ ਕਰਵਾਉਣਾ। ਉਹ ਹੁੰਦਾ 2 ਤਰੀਕੇ ਦੇ ਘਰ। ਅਤੇ ਇਹਦੇ ਵਿੱਚ ਮੇਨ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਜਿਹੜਾ ਬੰਦਾ ਘਰ ਖਰੀਦਣਾ ਚਾਹ ਰਿਹਾ, ਜਿਸ ਬੰਦੇ ਨੇ ਲੋਨ ਲੈਣਾ ਹੈ, ਉਹ ਬੰਦਾ ਆਪਣਾ ਜਿਹੜਾ ਘਰ ਆਪਣੇ ਨਾਮ ਕਰਾਵੇ। ਇੱਕ ਹੋਰ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲ ਆ ਕਿ ਇਹ ਜਿਹੜਾ ਘਰ ਵਾ ਸਿਰਫ ਅਤੇ ਸਿਰਫ ਉਹਨਾਂ ਨੂੰ ਹੀ ਮਿਲਣਾ, ਲੋਨ ਦੇ ਉੱਤੇ ਸਰਕਾਰ ਗਰੰਟੀ ਦਿੰਦੀ ਹੈ ਜਿਹੜੇ ਬੰਦੇ ਲੋਨ ਚੱਕ ਕੇ ਆਪ ਘਰਾਂ ਦੇ ਵਿੱਚ ਰਹਿਣਗੇ। ਜੇਕਰ ਕੋਈ ਬੰਦਾ ਲੋਨ ਚੱਕ ਕੇ ਕਿਰਾਏ 'ਤੇ ਚਾੜ੍ਹਦਾ ਹੋਵੇ ਤਾਂ ਉਹ ਸਰਕਾਰ ਨੂੰ ਮਨਜ਼ੂਰ ਨਹੀਂ ਹੋਣਾ ਜੀ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਘਰ ਨੇ, ਇਹ ਕੁਛ ਕੈਟੇਗਰੀਆਂ ਜਿਨ੍ਹਾਂ ਦੇ ਵਿੱਚ ਨਹੀਂ ਆਉਣੇ ਚਾਹੀਦੇ। ਕੈਟੇਗਰੀ ਨੰਬਰ A1 A1 ਕੈਟੇਗਰੀ ਹੈ ਜਿਹੜੇ ਜੀ ਆਪਾਂ ਕਹਿ ਦਈਏ ਠਾਠ ਵਾਲੇ ਘਰ ਆ, ਜਾਂ ਫਿਰ A8 ਬਿੱਲੇ ਨਹੀਂ ਹੋਣੇ ਚਾਹੀਦੇ। A9 ਜਿਹੜੇ ਕਸਤੈਲੋ, ਜਿੱਦਾਂ ਮਹਿਲ ਨਹੀਂ ਹੋਣਾ ਚਾਹੀਦਾ, ਪਲਾਸੋ ਜਿੱਦਾਂ ਜਿਹੜੇ ਮਹਿਲ ਹੁੰਦੇ ਆ ਉਹ ਕਿਲੇ ਜਾਂ ਮਹਿਲਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ। ਇਹਨਾਂ ਤੋਂ ਇਲਾਵਾ ਜਿਹੜੇ ਘਰ ਆ ਤੁਸੀਂ ਖਰੀਦ ਸਕਦੇ ਹਾਂ ਜੀ। ਹੁਣ ਦੇਖਦੇ ਹਾਂ ਜੀ ਕੋਮੇ ਇਫੈਤੂਆਰੇ ਲਾ ਦੋਮਾਂਦਾ। ਕੋਮੇ ਇਫੈਤੂਆਰੇ ਲਾ ਦੋਮਾਂਦਾ, ਇਸ ਐਪਲੀਕੇਸ਼ਨ ਨੂੰ ਅਸੀਂ ਸਰਕਾਰ ਦੇ ਮੂਹਰੇ ਕਿਸ ਹਿਸਾਬ ਦੇ ਨਾਲ ਰੱਖ ਸਕਦੇ ਹਾਂ ਕਿ ਸਾਨੂੰ ਜਿਹੜਾ ਉਹ ਘਰ, ਸੁਪਨਿਆਂ ਵਾਲਾ ਘਰ ਜਾਂ ਫਿਰ
ਜੋ ਸਾਡੇ ਲੋੜ ਦੇ ਹਿਸਾਬ ਦੇ ਨਾਲ ਘਰ ਉਹਨੂੰ ਖਰੀਦਣਾ ਹੋਵੇ ਤਾਂ ਅਸੀਂ ਇਸ ਹਿਸਾਬ ਦੇ ਨਾਲ ਖਰੀਦ ਸਕਦੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਨੂੰ ਹਮੇਸ਼ਾ ਦੀ ਤਰ੍ਹਾਂ ਬੈਂਕ ਦੇ ਨਾਲ ਕੰਟੈਕਟ ਕਰਨਾ ਪੈਣਾ ਜੀ। ਜਿਹੜੀ ਵੀ ਤੁਹਾਡੀ ਬੈਂਕ ਆ ਉਸ ਬੈਂਕ ਦੇ ਨਾਲ ਗੱਲ ਕਰੋ। ਹਰ ਬੈਂਕ ਇਹਦਾ ਹਿੱਸਾ ਨਹੀਂ ਹੈਗੀ। ਸਾਰੀਆਂ ਜਿਹੜੀਆਂ ਬੈਂਕਾਂ ਅਲੱਗ-ਅਲੱਗ ਬੈਂਕਾਂ ਨੇ, ਜ਼ਰੂਰੀ ਨਹੀਂ ਕਿ ਹਰ ਇੱਕ ਬੈਂਕ ਹੀ ਸਰਕਾਰ ਦੀ ਇਸ ਸਕੀਮ ਦੇ ਨਾਲ ਸਹਿਮਤ ਹੋਵੇ। ਤੁਹਾਨੂੰ ਆਪਣੀ ਬੈਂਕ ਦੇ ਨਾਲ ਗੱਲਬਾਤ ਕਰਨੀ ਪੈਣੀ ਹੈ ਜੀ। ਫਿਰ ਜਿਹੜੀ ਬੈਂਕ ਆ ਉਹਨੇ ਗੱਲ ਕਰਨੀ ਹੈ ਜੀ CONSAP ਨਾਲ, CONSAP CONSAP ਆ ਜੀ, Concessionaria Servizi Assicurativi Pubblici, ਜੋ ਕਿ ਪਬਲਿਕ ਸਰਵਿਸਾਂ ਦਾ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹਨਾਂ ਦਾ ਇੰਸ਼ੋਰੈਂਸ ਕਰਦਾ ਜੀ। ਅਤੇ ਇਹਨੇ ਹੀ ਗਰੰਟੀ ਦੇਣੀ ਹੈ। ਫਿਰ ਉਸ ਤੋਂ ਬਾਅਦ ਬੈਂਕ ਨੇ ਡਿਸਾਈਡ ਕਰਨਾ ਕਿ ਜਿਹੜਾ ਤੁਸੀਂ ਲੋਨ ਦੇ ਲਈ ਅਪਲਾਈ ਕੀਤਾ ਇਹਦੇ ਲਈ ਸਰਕਾਰ ਦੀ ਕਰੰਸੀ ਦੀ ਲੋੜ ਹੈ ਜਾਂ ਫਿਰ ਨਹੀਂ। ਅਤੇ ਇੱਕ ਹੋਰ ਸਰਕਾਰ ਕਹਿ ਰਹੀ ਹੈ, ਇੱਕ ਲਾਈਨ ਹੈ ਜਿਸ ਨੂੰ ਗੱਲ ਕੀਤੀ ਜਾ ਰਹੀ ਉਹ ਇਹ ਹੈ ਕਿ ਸਰਕਾਰ ਦਾ ਇਹ ਕਹਿਣਾ ਕਿ ਬੈਂਕ ਤੁਹਾਨੂੰ ਨਹੀਂ ਕਹਿ ਸਕਦੀ, ਹੋਰ ਗਰੰਟੀ ਤੁਹਾਡੇ ਕੋਲ ਨਹੀਂ ਮੰਗ ਸਕਦੀ, ਜਿਹੜਾ ਤੁਹਾਡੇ ਮੂਹਤੂ ਦੇ ਵਿੱਚ ਤੁਹਾਡੇ ਲੋਨ ਦੇ ਵਿੱਚ ਗਰੰਟੀ ਸਰਕਾਰ ਨੇ ਦੇਣੀ ਹੈ। ਅਤੇ ਜੇਕਰ ਤੁਸੀਂ ਕਿਸੇ ਪੁਰਾਣੇ ਘਰ ਨੂੰ ਢਾਹ ਕੇ ਜਾਂ ਪੁਰਾਣੇ ਘਰ ਨੂੰ ਨਵਾਂ ਬਣਾਉਣਾ ਹੋਵੇ ਤਾਂ ਉਹ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਉਸ ਘਰ ਨੂੰ ਖਰੀਦਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਗਲੇ ਵੱਲ ਦੇਖਦੇ ਹਾਂ, ਟਾਈਮ ਕਿੰਨਾ ਲੱਗ ਸਕਦਾ। ਜਿਸ ਟਾਈਮ ਅਸੀਂ ਦਮਾਂਦਾ ਕਰਦੇ ਹਾਂ ਸਾਨੂੰ ਕਿੰਨਾ ਕੁ ਟਾਈਮ ਲੱਗਦਾ। ਅਸੀਂ ਆਪਣੀ ਬੈਂਕ ਦੇ ਕੋਲ ਜਾਂਦੇ ਹਾਂ, ਅਸੀਂ ਬੈਂਕ ਦੇ ਕੋਲ ਜਾ ਕੇ ਕਹਿੰਦੇ ਹਾਂ ਕਿ ਮੈਨੂੰ ਇੱਕ ਘਰ ਪਸੰਦ ਆ, ਮੈਂ ਉਹ ਘਰ ਖਰੀਦਣਾ ਚਾਹੁੰਦਾ। ਜਿਸ ਟਾਈਮ ਬੈਂਕ CONSAP ਨੂੰ, ਜਿਹੜਾ ਅਸੀਂ ਤੁਹਾਨੂੰ ਦੱਸਿਆ ਕਿ ਪਬਲਿਕ ਸਰਵਿਸਾਂ ਨੂੰ ਜਿਹੜੇ ਇੰਸ਼ੋਰੈਂਸ ਕਰਦੇ ਆ, ਉਹਨਾਂ ਨੇ 20 ਦਿਨਾਂ ਦੇ ਵਿੱਚ ਬੈਂਕ ਨੂੰ ਹਾਂ ਜਾਂ ਨਾ ਦੱਸਣੀ ਹੁੰਦੀ ਆ। ਅਤੇ ਜਿਹੜੀ ਬੈਂਕ ਉਹ 90 ਦਿਨਾਂ ਦੇ ਵਿੱਚ CONSAP ਨੂੰ ਆਪਣਾ ਦੱਸਦੀ ਆ ਕਿ ਬਈ ਤੁਸੀਂ ਸਾਨੂੰ ਲੋਨ ਦਿਓ ਜਾਂ ਫਿਰ ਨਾ। ਹੁਣ ਇੱਥੇ ਸਾਡਾ ਕਹਿਣ ਦਾ ਭਾਵ ਇਹ ਹੈ ਜੀ ਕਿ ਜੇਕਰ ਤੁਹਾਡੀ ਬੈਂਕ ਦੇ ਨਾਲ ਜ਼ਿਆਦਾ ਜਾਣ ਪਛਾਣ ਆ ਜਾਂ ਫਿਰ ਤੁਹਾਨੂੰ ਕੋਈ ਬ੍ਰੋਕਰ ਇੱਦਾਂ ਦਾ ਜਾਣਦਾ ਜਿਹੜਾ ਇਹ 90 ਦਿਨਾਂ ਦਾ ਟਾਈਮ ਘਟਾ ਦੇ, ਤੁਹਾਡਾ 1 ਮਹੀਨੇ ਦੇ ਵਿੱਚ ਵੀ ਕੰਮ ਬਣ ਸਕਦਾ, ਕਿਉਂਕਿ CONSAP ਨੇ ਜਿਹੜਾ 20 ਦਿਨਾਂ ਦੇ ਵਿੱਚ ਜਵਾਬ ਦੇਣਾ ਹੁੰਦਾ ਜੀ। ਅਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਖਤਮ ਹੋ ਜਾਂਦਾ, ਜਿਹੜਾ ਗਰੰਟੀ ਖਤਮ ਹੋ ਜਾਂਦੀ, ਮਤਲਬ ਕਿ ਟਾਈਮ ਦੀ ਟੈਨਸ਼ਨ ਖਤਮ ਹੋ ਜਾਂਦੀ ਹੈ। ਹੁਣ ਦੇਖਦੇ ਹਾਂ ਜੀ, ਜੇਕਰ ਸਰਕਾਰ ਨੇ ਗਰੰਟੀ ਦੇ ਦਿੱਤੀ ਹੈ ਅਤੇ ਬੰਦਾ ਰਾਤੇ ਨਾ ਤਾਰੇ, se non si pagano le rate। ਜੇਕਰ ਅਸੀਂ ਆਪਣੇ ਜਿਹੜੀਆਂ ਕਿਸ਼ਤਾਂ ਨਾ ਤਾਰੀਏ, ਬੰਦੇ ਨੇ ਗਰੰਟੀ ਸਰਕਾਰ ਤੋਂ ਲੈ ਲਈ, ਬੈਂਕ ਨੇ ਸਰਕਾਰ ਦੇ ਸਿਰ ਤੋਂ ਬੰਦੇ ਨੂੰ ਲੋਨ ਦੇ ਦਿੱਤਾ, ਹੁਣ ਬੰਦੇ ਦਾ ਕੰਮ ਛੁੱਟ ਗਿਆ ਜਾਂ ਕੁਛ ਵੀ ਹੋ ਗਿਆ, ਬੰਦਾ ਕਿਸ਼ਤਾਂ ਨਹੀਂ ਤਾਰ ਰਿਹਾ। ਉਸ ਸਿਚੁਏਸ਼ਨ ਦੇ ਵਿੱਚ ਕਿਆ ਹੋਣਾ ਜੀ, ਉਸ ਸਿਚੁਏਸ਼ਨ ਦੇ ਵਿੱਚ ਇਹ ਹੋਣਾ, ਜੇਕਰ ਬੰਦਾ ਕਿਸ਼ਤਾਂ ਤਾਰਨੀਆਂ ਬੰਦ ਕਰ ਦਿੰਦਾ ਤਾਂ ਫਿਰ ਸਰਕਾਰ ਨੇ 80% ਤੱਕ ਗਰੰਟੀ ਲਈ ਹੁੰਦੀ ਹੈ ਉਸ ਲੋਨ ਦੀ। 80% ਤੱਕ ਜਿਹੜਾ ਸਰਕਾਰ ਨੇ ਲੋਨ ਦੇਣਾ ਹੈ। ਉਸ ਤੋਂ ਬਾਅਦ ਸਰਕਾਰ ਨੇ ਉਸ ਬੰਦੇ ਨੂੰ ਜਿਸ ਦੀ ਗਰੰਟੀ ਚੱਕੀ ਆ ਉਹਦੇ ਕੋਲੋਂ 80% ਵਸੂਲਣਾ। ਜਦੋਂ ਵੀ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, 14 ਸਾਲ ਨਹੀਂ, 10 ਸਾਲ, ਜਿਸ ਟਾਈਮ ਵੀ ਉਹ ਬੰਦਾ ਕੰਮ 'ਤੇ ਜਾਊਗਾ ਜਾਂ ਫਿਰ ਉਹਦੇ ਫੈਮਿਲੀ ਵਾਲੇ ਕੰਮ 'ਤੇ ਜਾਣਗੇ, ਸਰਕਾਰ ਉਹਦੇ ਕੋਲੋਂ 80% ਜਿਹੜਾ ਉਹਨੇ ਲੋਨ ਦਿੱਤਾ ਪੈਸੇ ਵਸੂਲ ਸਕਦੀ ਹੈ। ਅਤੇ ਇੱਕ ਹੋਰ ਗੱਲ, ਸਰਕਾਰ ਨੇ ਜਿਹੜੇ ਪੈਸੇ ਵਸੂਲਣੇ ਆ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਵਿਆਜ ਨਹੀਂ ਮੰਗਣਾ। ਇਹ ਬਹੁਤ ਹੀ ਜ਼ਰੂਰੀ ਗੱਲ ਹੈ ਕਿ ਜਿਹੜਾ ਸਰਕਾਰ ਨੇ ਵਿਆਜ ਨਹੀਂ ਮੰਗਣਾ। ਹੁਣ ਦੇਖਦੇ ਹਾਂ ਖਰਚਾ ਸਾਨੂੰ ਕਿੰਨਾ ਕਰਨਾ ਹੈ। ਕੋਜ਼ਾ ਅਸੀਂ ਦੁਬਾਰਾ ਪਗਾਰੇ, ਅਸੀਂ ਖਰਚਾ ਜਿਹੜਾ ਸਾਡਾ ਕਿਹੜਾ, ਅਸੀਂ ਪੈਸੇ ਕਿੰਨੇ ਦੇਣੇ। ਬੈਂਕ ਨੇ ਗੱਲ ਕਰ ਲਈ CONSAP ਨੇ ਸਾਨੂੰ ਗਰੰਟੀ ਦੇ ਦਿੱਤੀ, ਗਰੰਟੀ ਤੋਂ ਬਾਅਦ ਪੈਸੇ ਲੋਨ ਪਾਸ ਹੋ ਗਿਆ, ਹੁਣ ਸਾਡਾ ਖਰਚਾ ਕਿੰਨਾ ਜੀ। ਸਰਕਾਰ ਦੀ ਜਿਹੜੀ ਇਹ ਸਹੂਲਤ, ਸਰਕਾਰ ਨੇ ਜਿਹੜੀ ਮਦਦ ਕੀਤੀ ਹੈ ਜੀ, Decreto Sostegno ਦੇ ਵਿੱਚ ਲਿਖਿਆ ਆ ਇੰਪੋਸਟ ਦੀ ਰਜਿਸਟਰ, ਜਿਹੜਾ ਇਪੋਥੀਕਾਰੀ ਅਤੇ ਕਾਤਾਸਤਾਲੇ, ਜਿਹੜੇ 3 ਟੈਕਸ ਆ ਸਰਕਾਰ ਨੇ ਕੈਂਸਲ ਕਰ ਦਿੱਤੇ ਨੇ, ਜਿਹਦੇ ਨਾਲ ਮੋਟਾ ਸਾਡਾ 1000 ਯੂਰੋ ਬਚਦਾ। ਪਰ ਇੰਪੋਸਟ ਦੀ ਬੋਲੋ ਅਤੇ ਤਾਸੇ ਇਪੋਥੀਕਾਰੀ ਹੈ, ਇਹ ਸਾਨੂੰ ਦੇਣੇ ਪੈਣੇ ਆ, ਜੋ ਕਿ ਤਕਰੀਬਨ 320 ਆਉਂਦੇ ਆ। ਅਤੇ ਜਿਹੜੇ ਹਰ ਇੱਕ, ਜਦੋਂ ਅਸੀਂ ਨੋਤਾਈਓ ਦੇ ਕੋਲ ਜਾਂਦੇ ਹਾਂ, ਜਦੋਂ ਅਸੀਂ ਪਟਵਾਰੀ ਕੋਲ ਜਾਂਦੇ ਹਾਂ ਜਾਂ ਲੰਬਰਦਾਰ ਕੋਲ ਜਾਂਦੇ, ਜਿਹੜਾ ਸਾਈਨ ਕਰਦਾ ਨੋਤਾਈਓ, ਉਹਦੇ ਕੋਲ ਦੇਣੇ ਹੀ ਪੈਂਦੇ ਆ। ਪਰ ਤੁਹਾਡਾ 1000 ਯੂਰੋ ਇੱਥੇ ਵੀ ਬਚ ਜਾਂਦਾ। ਹੁਣ ਜਿਹੜੀਆਂ ਬੈਂਕਾਂ ਅਸੀਂ ਚੈੱਕ ਕਰਨਾ ਹੋਵੇ ਕਿਹੜੀ ਬੈਂਕ ਇਹਦੇ ਨਾਲ ਆ, ਕਿਹੜੀ ਨਹੀਂ ਹੈਗੀ। ਦੇਖੋ ਜਿੰਨੀਆਂ ਵੀ ਵੱਡੀਆਂ ਬੈਂਕਾਂ ਹੈਗੀਆਂ ਸਾਰੀਆਂ ਦੀ ਸਾਰੀਆਂ ਇਹਨਾਂ ਦੇ ਨਾਲ ਵਾ। ਅਤੇ ਲਿਸਟ ਵਾ ਜਿਹੜੀ, ਤੁਸੀਂ ਉਹਨਾਂ ਦੀ ਵੈਬਸਾਈਟ ਜਿਹੜੀ consap.it ਦੇ ਉੱਤੇ ਜਿਹੜੀ ਲਿਸਟ ਜਾ ਕੇ ਚੈੱਕ ਕਰ ਸਕਦੇ ਹੋ। ਅਸੀਂ ਲਿਸਟ ਚੈੱਕ ਕੀਤੀ ਆ, ਤਕਰੀਬਨ ਜਿਹੜੀਆਂ ਬੈਂਕਾਂ ਆ ਇਹਦੇ ਵਿੱਚ ਕਾਫੀ ਬੈਂਕਾਂ ਨੇ, ਤਕਰੀਬਨ ਸਾਰੇ ਦੀਆਂ ਸਾਰੀਆਂ ਬੈਂਕਾਂ ਹੀ ਅਦਾਰੇ ਕਰਦੀਆਂ। ਜੇਕਰ ਇੱਕ ਬੈਂਕ ਨਹੀਂ ਕਰਦੀ ਤਾਂ ਦੂਸਰੀ ਜਿਹੜੀ ਬੈਂਕ ਆ ਉਹਦੇ ਨਾਲ ਕੰਟੈਕਟ ਕਰੋ।
ਤੇ ਇਹਦੇ ਨਾਲ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਮੁਮਕਿਨ ਤੁਹਾਡੀ ਜਿਹੜੀ ਸ਼ੱਕ ਆ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਹੋਵੇ ਉਹਨੂੰ ਪੂਰਾ ਕਰਨ ਦੀ, ਉਹਨੂੰ ਦੱਸਣ ਦੀ। ਸਰਕਾਰ ਦੇ ਨਾਲ ਤੁਸੀਂ ਕਿਸ ਹਿਸਾਬ ਦੇ ਨਾਲ ਲੈ ਸਕਦੇ ਹੋ, ਲੋਨ ਕਿਸ ਹਿਸਾਬ ਦੇ ਨਾਲ ਤੁਹਾਨੂੰ ਮਿਲ ਸਕਦਾ। ਮੇਨ ਗੱਲ ਆ ਕਿ ਤੁਹਾਡੀ ਜਿਹੜੀ ਉਮਰ ਵਾ, ਤੁਹਾਨੂੰ ਇੱਕ ਵਾਰ ਫੇਰ ਦੱਸ ਰਿਹਾ, 36 ਸਾਲ ਤੋਂ ਘੱਟ ਹੋਣੀ ਚਾਹੀਦੀ। ਹਾਂਜੀ, ਇੱਕ ਹੋਰ ਗੱਲ ਆ, ਜੇਕਰ ਮੀਆਂ ਦੀ ਉਮਰ 36 ਤੋਂ ਉੱਤੇ ਆ ਅਤੇ ਬੀਬੀ ਦੀ ਉਮਰ 36 ਤੋਂ ਘੱਟ ਵਾ, ਉਸ ਸਿਚੁਏਸ਼ਨ ਦੇ ਵਿੱਚ ਲੋਨ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਉਸ ਸਿਚੁਏਸ਼ਨ 'ਚ ਦੇਖਦੇ ਹਾਂ ਕੀ ਹੋ ਸਕਦਾ ਜੀ। ਜੇਕਰ ਵਾਈਫ ਦੀ 36 ਤੋਂ ਘੱਟ ਹੋ ਜਾਂ 36 ਸਾਲ ਉਮਰ ਆ ਅਤੇ ਜਿਹੜਾ ਹਸਬੈਂਡ ਆ ਉਸਦੀ ਉਮਰ 40 ਹੈ ਜਾਂ 36 ਤੋਂ ਉੱਤੇ, ਉਸ ਸਿਚੁਏਸ਼ਨ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਡਿਕਲੇਰੇਸ਼ਨ ਲਿਖਣਾ ਪੈਂਦਾ ਕਿ ਤੁਹਾਡੀ ਜਿਹੜੇ ਮੀਆਂ ਅਤੇ ਬੀਬੀ ਦਾ ਕਾਗਜ਼ੀ ਕਾਰਵਾਈ ਦੇ ਵਿੱਚ ਇੱਕ ਦੂਜੇ ਦੀ ਪ੍ਰੋਪਰਟੀ ਦੇ ਉੱਤੇ ਕੋਈ ਵੀ ਹੱਕ ਨਹੀਂ ਹੈਗਾ। ਇਹਦੇ ਵਿੱਚ ਜਿਹੜਾ ਇਟਲੀ ਨੂੰ ਕਹਿੰਦੇ ਆ ਜੀ ਸੇਪਰਾਜ਼ੀਓਨੇ ਦੇ ਬੇਨੀ, ਠੀਕ ਹੈ ਜੀ, ਸੇਪਰਾਜ਼ੀਓਨੇ ਦੇ ਬੇਨੀ, ਕਿ ਮੀਆਂ ਬੀਬੀ ਦੀ ਪ੍ਰੋਪਰਟੀ ਅਲੱਗ-ਅਲੱਗ ਆ। ਇਸ ਸਿਚੁਏਸ਼ਨ ਦੇ ਵਿੱਚ ਜੇਕਰ ਤੁਸੀਂ ਡਿਕਲੇਰੇਸ਼ਨ ਕਰਕੇ ਲੋਨ ਅਪਲਾਈ ਕਰੋਗੇ ਤੁਹਾਨੂੰ 80% ਤੱਕ ਮਿਲਣਾ। ਨਹੀਂ ਤਾਂ ਜੇ ਤੁਸੀਂ ਕਹਿੰਦੇ ਨਹੀਂ ਜੀ ਸਾਡੇ ਮੀਆਂ ਬੀਬੀ ਦੇ ਵਿੱਚ ਕੁਛ ਨਹੀਂ ਵੰਡਿਆ, ਤਾਂ ਫਿਰ ਉਹ 80% ਨਹੀਂ, ਫਿਰ ਸ਼ਾਇਦ ਤੁਹਾਨੂੰ 40 ਜਾਂ ਫਿਰ 50% ਹੀ ਸਰਕਾਰ ਦੀ ਗਰੰਟੀ ਮਿਲਣੀ ਹੈ। ਯਾਦ ਰੱਖਿਓ, ਜੇਕਰ ਤੁਸੀਂ 1 ਲੱਖ ਦਾ ਘਰ ਦੇਖਿਆ ਤਾਂ 20,000 ਤੁਹਾਡੇ ਕੋਲ ਹੋਣਾ ਚਾਹੀਦਾ। ਜੇਕਰ ਤੁਹਾਡੇ ਹਸਬੈਂਡ ਜਾਂ ਫਿਰ ਤੁਹਾਡੀ ਵਾਈਫ ਕੰਮ ਕਰ ਰਹੀ ਹੈ 80%, ਆਪਣੇ ਤੁਹਾਡੇ ਹਸਬੈਂਡ ਜਾਂ ਵਾਈਫ ਨੇ ਚੱਕ ਲਿਆ, ਤਾਂ 20% ਆ ਜਿਹੜਾ ਉਹ ਤੁਸੀਂ ਲੋਨ ਮੀਆਂ ਬੀਬੀ ਦੇ ਵਿੱਚੋਂ ਇੱਕ ਜਣਾ ਕਰਕੇ ਲੈ ਸਕਦਾ। ਬਹੁਤ ਸਾਰੇ ਆਪਣੇ ਵੀਰ ਬ੍ਰੋਕਰ ਨੇ ਜਿਹੜੇ 100% 120% ਵੀ ਤੁਹਾਨੂੰ ਲੋਨ ਦਵਾ ਸਕਦੇ ਨੇ। ਅਸੀਂ ਬਹੁਤ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ ਇੱਦਾਂ ਦੇ ਬੰਦੇ, ਇੱਦਾਂ ਦੇ ਏਜੰਟ ਲੈ ਕੇ ਆਵਾਂਗੇ ਤੁਹਾਡੇ ਲਈ, ਜਿਹੜੇ ਤੁਹਾਨੂੰ ਲੋਨ ਪੂਰੇ ਦਾ ਪੂਰਾ ਦਵਾ ਸਕਦੇ ਨੇ ਜੀ। ਇਹਦੇ ਨਾਲ ਅੱਜ ਦਾ ਐਪੀਸੋਡ ਇੱਥੇ ਹੀ ਕੰਪਲੀਟ ਹੁੰਦਾ ਜੀ। ਮਿਲਾਂਗੇ ਆਪਾਂ ਸ਼ਾਮ ਦੀਆਂ ਖਬਰਾਂ ਦੇ ਵਿੱਚ। ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੀ ਤੁਸੀਂ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।